ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਰੂਹਮ ਅਕੈਡਮੀ ਫॉर ਪੰਜਾਬੀ YouTube ਚੈਨਲ ਉੱਪਰ। ਇਸ ਚੈਨਲ 'ਤੇ ਆਪਾਂ ਪੰਜਾਬੀ UGC ਨੈੱਟ ਸੰਬੰਧੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਕਿ ਮੇਰਾ ਨਾਮ ਰਵਿੰਦਰ ਕੁਮਾਰ ਬਾਂਸਲ ਹੈ ਅਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਅੰਦਰ ਰਿਸਰਚ ਸਕਾਲਰ ਹਾਂ। ਦੋਸਤੋ, ਇਸ ਤੋਂ ਪਿਛਲੇ ਲੈਕਚਰ ਦੇ ਵਿੱਚ ਆਪਾਂ ਪੰਜਾਬੀ UGC ਨੈੱਟ ਦਸੰਬਰ 2019 ਦੇ 20 ਪ੍ਰਸ਼ਨ ਹੱਲ ਕੀਤੇ ਸੀ। ਹੁਣ ਇਸ ਲੈਕਚਰ ਦੇ ਵਿੱਚ ਆਪਾਂ ਅਗਲੇ ਪ੍ਰਸ਼ਨ ਹੱਲ ਕਰਾਂਗੇ। ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲਾ ਲੈਕਚਰ ਨਹੀਂ ਸੁਣਿਆ ਤਾਂ ਉਹਦਾ ਲਿੰਕ ਵੀ ਹੇਠਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਜਾ ਕੇ ਉਹ ਲੈਕਚਰ ਵੀ ਸੁਣ ਸਕਦੇ ਹੋ। ਪ੍ਰਸ਼ਨ ਹੈ, ਆਤਣ ਕੀ ਹੈ? ਇਸ ਪ੍ਰਸ਼ਨ ਦਾ ਸੰਬੰਧ ਸਾਡੀ ਲੋਕਧਾਰਾ ਨਾਲ ਹੈ। ਇਸ ਪ੍ਰਸ਼ਨ ਦੇ ਹੱਲ ਲਈ ਕਰਨੈਲ ਸਿੰਘ ਥਿੰਦ, ਵਣਜਾਰਾ ਬੇਦੀ ਅਤੇ ਬਲਬੀਰ ਸਿੰਘ ਪੂਨੀ ਆਦਿ ਵਰਗੇ ਸਾਡੇ ਲੋਕਧਾਰਾ ਸ਼ਾਸਤਰੀਆਂ ਦੀਆਂ ਰਚਨਾਵਾਂ ਸਾਡੀ ਸਹਾਇਤਾ ਕਰਨਗੀਆਂ। ਦੋਸਤੋ, ਆਤਣ ਦਾ ਸੰਬੰਧ ਕੁੜੀਆਂ ਦੇ ਤ੍ਰਿੰਜਣ ਨਾਲ ਹੈ। ਇਹ ਨਾ ਤਾਂ ਕੋਈ ਲੋਕ ਖੇਡ ਹੈ, ਨਾ ਹੀ ਕੋਈ ਲੋਕ ਗਹਿਣਾ ਜਾਂ ਲੋਕ ਤਿਉਹਾਰ। ਇਹ ਚਰਖਾ ਕੱਤਣ, ਫੁਲਕਾਰੀ ਕੱਢਣ ਅਤੇ ਭੰਡਾਰਾ ਮੇਲਣ ਦੇ ਆਸ਼ੇ ਨਾਲ ਜੁੜੀਆਂ ਕੁੜੀਆਂ ਦਾ ਇੱਕ ਵਿਸ਼ੇਸ਼ ਸਮੂਹ ਹੈ, ਭਾਵ ਇਕੱਠ ਹੈ। ਆਪਸ਼ਨਜ਼ ਨੂੰ ਦੇਖਣ 'ਤੇ ਪਤਾ ਲੱਗਦਾ ਹੈ ਕਿ ਆਪਸ਼ਨ 4 ਹੀ ਸਾਡਾ ਸਹੀ ਉੱਤਰ ਹੈ। ਇਹ ਪ੍ਰਸ਼ਨ ਖੋਜ ਕਾਰਜ ਨਾਲ ਸੰਬੰਧਿਤ ਹੈ। ਇਸ ਦੇ ਹੱਲ ਲਈ ਕੇਸਰ ਸਿੰਘ ਕੇਸਰ ਦੀ ਖੋਜ ਚਿੰਤਨ ਜਾਂ ਡਾਕਟਰ ਪਿਆਰ ਸਿੰਘ ਦੀ ਖੋਜ ਸਿਧਾਂਤ ਤੇ ਵਿਹਾਰ ਜੋ ਕਿਤਾਬ ਹੈ ਮਦਦ ਕਰੇਗੀ। ਦੋਸਤੋ, ਖੇਤਰੀ ਖੋਜ ਕਾਰਜ ਤੋਂ ਭਾਵ ਹੈ ਕਿਸੇ ਖੋਜ ਕਾਰਜ ਦੇ ਲਈ ਨਿਸ਼ਚਿਤ ਖੇਤਰ ਅੰਦਰ ਖੁਦ ਜਾ ਕੇ ਉੱਥੋਂ ਜਾਣਕਾਰੀ ਇਕੱਠੀ ਕਰਨਾ। ਦਿੱਤੇ ਆਪਸ਼ਨਜ਼ ਵਿੱਚੋਂ ਡਾਕਟਰ ਨਾਹਰ ਸਿੰਘ ਅਤੇ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਅਜਿਹੇ ਹਨ ਜਿਨ੍ਹਾਂ ਨੇ ਆਪਣਾ ਖੋਜ ਕਾਰਜ ਵੱਖ-ਵੱਖ ਪਿੰਡਾਂ ਵਿੱਚ ਘੁੰਮ ਕੇ ਘਰ ਘਰ ਜਾ ਕੇ ਕੀਤਾ। ਇਹਨਾਂ ਦਾ ਸੰਬੰਧ ਲੋਕਧਾਰਾ ਨਾਲ ਹੈ। ਬਾਕੀ ਵਿਦਵਾਨ ਵੀ ਜੋ ਆਪਸ਼ਨਜ਼ ਵਿੱਚ ਦਿੱਤੇ ਹਨ, ਡਾਕਟਰ ਧਰਮ ਸਿੰਘ, ਡਾਕਟਰ ਸਤਿੰਦਰ ਨੂਰ, ਡਾਕਟਰ ਸਤਿੰਦਰ ਸਿੰਘ, ਡਾਕਟਰ ਗੁਰਬਖਸ਼ ਸਿੰਘ ਫਰੈਂਕ, ਉਹ ਵੀ ਖੋਜੀ ਹਨ, ਪਰ ਉਹਨਾਂ ਦਾ ਖੋਜ ਕਾਰਜ ਖੇਤਰੀ ਨਹੀਂ ਸਗੋਂ ਕਿਤਾਬੀ ਹੈ। ਸੋ ਆਪਸ਼ਨ 2 ਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਸ ਪ੍ਰਸ਼ਨ ਦਾ ਸੰਬੰਧ ਨਾਟਕ ਵਿਧਾ ਨਾਲ ਹੈ। ਇਸ ਦੇ ਹੱਲ ਲਈ ਸਾਨੂੰ ਨਾਟਕ ਦੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ, ਜੋ ਕਿਰਪਾਲ ਸਿੰਘ ਕਸੇਲ ਅਤੇ ਸਤੀਸ਼ ਕੁਮਾਰ ਵਰਮਾ ਵਰਗੇ ਲੇਖਕਾਂ ਦੀਆਂ ਰਚਨਾਵਾਂ ਤੋਂ ਮਿਲਦੀ ਹੈ। ਦੋਸਤੋ, ਉਪਰੋਕਤ ਆਪਸ਼ਨਜ਼ ਅੰਦਰ 4 ਨਾਟਕਾਂ ਦੀ ਗੱਲ ਕੀਤੀ ਗਈ ਹੈ: ਸੁਪਨ ਨਾਟਕ, ਰਾਜਾ ਲਖਦਾਤਾ ਸਿੰਘ, ਚੰਦਰਹਰੀ ਅਤੇ ਸੁੱਕਾ ਸਮੁੰਦਰ। ਦੋਸਤੋ, ਸੁਪਨ ਨਾਟਕ ਗਿਆਨੀ ਦਿੱਤ ਸਿੰਘ ਦੀ ਰਚਨਾ ਹੈ, ਜੋ ਕਿ 1885 'ਚ ਰਚਿਆ ਗਿਆ ਸੀ। ਚੰਦਰਹਰੀ ਬਾਬਾ ਬੁੱਧ ਸਿੰਘ ਦੀ ਰਚਨਾ 1909 ਵਿੱਚ। ਰਾਜਾ ਲਖਦਾਤਾ ਸਿੰਘ ਭਾਈ ਵੀਰ ਸਿੰਘ ਜੀ ਦੀ ਰਚਨਾ 1910 'ਚ। ਸੁੱਕਾ ਸਮੁੰਦਰ 1911 ਦੇ ਵਿੱਚ ਅਰੂੜ ਸਿੰਘ ਤੈਯਬ ਦੁਆਰਾ ਲਿਖਿਆ ਗਿਆ। ਇਸ ਪ੍ਰਕਾਰ ਇਸ ਇਤਿਹਾਸਕ ਕਾਰਨ ਨੂੰ ਦਰਸਾਉਂਦਾ ਆਪਸ਼ਨ 4 ਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਹ ਪ੍ਰਸ਼ਨ ਪਾਕਿਸਤਾਨੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਹੈ। ਇਸ ਦੇ ਲਈ ਦਿੱਲੀ ਵਾਲੇ ਇਤਿਹਾਸ ਵੀ ਸਾਡੀ ਮਦਦ ਕਰਦੇ ਹਨ ਅਤੇ ਡਾਕਟਰ ਗੁਰਚਰਨ ਮਹਿਤਾ ਦੀ ਕਿਤਾਬ ਪਾਕਿਸਤਾਨੀ ਪੰਜਾਬੀ ਸਾਹਿਤ ਵੀ ਸਾਡੀ ਸਹਾਇਤਾ ਕਰਦੀ ਹੈ। ਦੋਸਤੋ, ਇਸ ਵਿੱਚ ਕਹਾਣੀ ਸੰਗ੍ਰਹਿਾਂ ਦੇ ਨਾਮ ਦਿੱਤੇ ਗਏ ਹਨ ਅਤੇ ਅਸੀਂ ਪਾਕਿਸਤਾਨੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਕਹਾਣੀ ਸੰਗ੍ਰਹਿ ਦੱਸਣੇ ਹਨ। ਪਾਕਿਸਤਾਨੀ ਸਾਹਿਤ ਉਹ ਹੁੰਦਾ ਹੈ ਜਿਸ ਦੀ ਰਚਨਾ ਪਾਕਿਸਤਾਨ ਵਿੱਚ ਰਹਿੰਦੇ ਪੰਜਾਬੀ ਸਾਹਿਤਕਾਰ ਕਰਦੇ ਹਨ। ਉਪਰੋਕਤ ਵਿੱਚੋਂ ਲਹੂ ਦੀ ਖੁਸ਼ਬੂ, ਕੱਚੀਆਂ ਕੰਧਾਂ, ਵਗਦਾ ਪਾਣੀ ਅਤੇ ਟਾਵਾਂ ਟਾਵਾਂ ਤਾਰਾ ਪਾਕਿਸਤਾਨੀ ਪੰਜਾਬੀ ਕਹਾਣੀ ਸੰਗ੍ਰਹਿ ਹਨ। ਇਸ ਕਰਕੇ ਸਾਡਾ ਸਹੀ ਉੱਤਰ A ਅਤੇ D ਨੂੰ ਦਰਸਾਉਂਦਾ 3 ਹੈ। ਦੋਸਤੋ, ਇਸ ਪ੍ਰਸ਼ਨ ਅੰਦਰ ਰਚਨਾ ਦਾ ਨਾਮ ਲਿਖ ਕੇ ਰਚਨਾਕਾਰ ਦਾ ਨਾਮ ਦਿੱਤਾ ਗਿਆ ਹੈ ਅਤੇ ਆਪਾਂ ਦੱਸਣਾ ਹੈ ਕਿ ਕਿਹੜੀ ਰਚਨਾ ਅਤੇ ਰਚਨਾਕਾਰ ਦਾ ਜੁੱਟ ਸਹੀ ਹੈ। ਇਸ ਨੂੰ ਦਿੱਤੇ ਹੋਏ ਆਪਸ਼ਨ ਨੂੰ ਵਿਚਾਰਨ 'ਤੇ ਪਤਾ ਲੱਗਦਾ ਹੈ ਕਿ ਤੀਸਰਾ ਆਪਸ਼ਨ
ਜਿਸ ਵਿੱਚ ਲਿਖਤ ਪੜ੍ਹਤ ਤੇ ਅਮਰਜੀਤ ਚੰਦਨ ਵਾਲਾ ਜੋ ਜੁੱਟ ਹੈ ਉਹੀ ਸਾਡਾ ਸਹੀ ਉੱਤਰ ਹੈ। ਦੋਸਤੋ, ਇਸ ਪ੍ਰਸ਼ਨ ਦਾ ਸੰਬੰਧ ਨਾਟਕ ਤੇ ਰੰਗਮੰਚ ਨਾਲ ਹੈ। ਪੁੱਛਿਆ ਗਿਆ ਹੈ ਕਿ ਸਰਸਵਤੀ ਸਟੇਜ ਸੁਸਾਇਟੀ ਦੀ ਸਥਾਪਨਾ ਕਿਸ ਨੇ ਤੇ ਕਦੋਂ ਕੀਤੀ ਹੈ। ਦੋਸਤੋ, ਪੰਜਾਬੀ ਨਾਟਕ ਤੇ ਰੰਗਮੰਚ ਦੀ ਮਾਂ ਜੇਕਰ ਮੰਨਿਆ ਜਾਵੇ ਤਾਂ ਮੈਡਮ ਨੋਰਾ ਰਿਚਰਡਜ਼ ਹੈ। ਉਹਨਾਂ ਨੇ ਪੰਜਾਬੀ ਮੌਲਿਕ ਨਾਟਕ ਦੇ ਜਨਮ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। 1911 ਵਿੱਚ ਉਸਨੇ ਸਰਸਵਤੀ ਸਟੇਜ ਸੁਸਾਇਟੀ ਦੀ ਸਥਾਪਨਾ ਕੀਤੀ। ਇਸ ਅਧੀਨ ਹੀ ਅੱਗੇ ਜਾ ਕੇ I.C. ਨੰਦਾ ਵਰਗੇ ਨਾਟਕਕਾਰ ਨਾਟਕ ਦੇ ਖੇਤਰ ਵਿੱਚ ਅੱਗੇ ਆਏ। ਇਸ ਪ੍ਰਕਾਰ ਆਪਸ਼ਨ 1 ਹੀ ਸਾਡਾ ਸਹੀ ਉੱਤਰ ਹੈ, ਜੋ ਨੋਰਾ ਰਿਚਰਡਜ਼ 1911 ਨੂੰ ਦਰਸਾਉਂਦਾ ਹੈ। ਦੋਸਤੋ, ਇਹ ਪ੍ਰਸ਼ਨ ਰੂਸੀ ਸਾਹਿਤ ਦੇ ਪੰਜਾਬੀ ਅਨੁਵਾਦਕਾਂ ਬਾਰੇ ਹੈ। ਭਾਵ ਅਸੀਂ ਇਸ ਵਿੱਚ ਉਹਨਾਂ ਸਾਹਿਤਕਾਰਾਂ ਬਾਰੇ ਦੱਸਣਾ ਹੈ ਜਿਨ੍ਹਾਂ ਨੇ ਰੂਸੀ ਸਾਹਿਤ ਦੀਆਂ ਰਚਨਾਵਾਂ ਨੂੰ ਸਾਡੀ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਆਪਸ਼ਨਜ਼ ਵਿੱਚ ਦੇਖਣ 'ਤੇ ਪਤਾ ਚੱਲਦਾ ਹੈ ਕਿ ਪਿਆਰਾ ਸਿੰਘ ਸਹਿਰਾਈ, ਡਾਕਟਰ ਹਰਭਜਨ ਸਿੰਘ, ਕਰਨਜੀਤ ਸਿੰਘ ਤੇ ਸੁਖਬੀਰ ਵਾਲਾ ਜੁੱਟ ਹੀ ਅਜਿਹਾ ਹੈ ਜਿਸ ਵਿਚਲੇ ਵਿਦਵਾਨਾਂ ਨੇ ਰੂਸੀ ਸਾਹਿਤ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਇਸ ਕਰਕੇ ਸਾਡਾ ਉੱਤਰ 1 ਹੈ। ਦੋਸਤੋ, ਇਹ ਪ੍ਰਸ਼ਨ ਸੂਚੀ ਵਾਲਾ ਹੈ। ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਵੀ ਦੱਸਿਆ ਸੀ ਕਿ ਅਜਿਹੇ ਪ੍ਰਸ਼ਨ ਨੂੰ ਹੱਲ ਕਰਨ ਲਈ ਸਾਨੂੰ 1-2 ਆਪਸ਼ਨਜ਼ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਉਪਰੋਕਤ ਪ੍ਰਸ਼ਨ ਵਿੱਚ ਇੱਕ ਪਾਸੇ ਰਚਨਾਕਾਰਾਂ ਦੇ ਨਾਮ ਦਿੱਤੇ ਗਏ ਹਨ ਤੇ ਦੂਸਰੇ ਪਾਸੇ ਰਚਨਾਵਾਂ। ਅਸੀਂ ਰਚਨਾਕਾਰ ਦਾ ਉਸਦੀ ਸਹੀ ਰਚਨਾ ਨਾਲ ਮਿਲਾਨ ਕਰਨਾ ਹੈ। ਦੋਸਤੋ, ਸੰਦੂਕ ਅਮਰਜੀਤ ਚੰਦਨ ਦੀ ਮਹੱਤਵਪੂਰਨ ਰਚਨਾ ਹੈ ਅਤੇ ਅਜੋਣ ਦੀ ਅੱਖ ਨਿਰੰਜਨ ਸਿੰਘ ਨੂਰ ਦੁਆਰਾ ਰਚਿਤ ਹੈ। ਇਹਨਾਂ 2 ਆਪਸ਼ਨਾਂ ਤੋਂ ਅਸੀਂ ਸਹਿਜੇ ਹੀ ਪਤਾ ਲਗਾ ਸਕਦੇ ਹਾਂ ਕਿ ਸਾਡਾ ਲੋੜੀਂਦਾ ਉੱਤਰ 2 ਹੈ, ਜਿਸ ਵਿੱਚ ਇਹ ਆਪਸ਼ਨਜ਼ ਸਹੀ ਦਰਸਾਏ ਗਏ ਹਨ। ਦੋਸਤੋ, ਇਹ ਪ੍ਰਸ਼ਨ ਪਾਕਿਸਤਾਨੀ ਪੰਜਾਬੀ ਸਾਹਿਤ ਨਾਲ ਸੰਬੰਧਿਤ ਹੈ। ਪਾਕਿਸਤਾਨੀ ਨਾਟਕਕਾਰਾਂ ਅਤੇ ਉਹਨਾਂ ਦੀਆਂ ਨਾਟ ਪੁਸਤਕਾਂ ਦੀ ਸੂਚੀ ਦੇ ਕੇ ਉਹਨਾਂ ਵਿੱਚੋਂ ਸਹੀ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਤਖ਼ਤ ਲਾਹੌਰ ਨਜਮ ਹੁਸੈਨ ਸੱਯਦ ਦਾ ਪ੍ਰਸਿੱਧ ਨਾਟਕ ਹੈ। ਇਸ ਕਰਕੇ ਸਪਸ਼ਟ ਹੋ ਜਾਂਦਾ ਹੈ ਕਿ ਆਪਸ਼ਨ A ਅਤੇ B ਠੀਕ ਹੋ ਹੀ ਨਹੀਂ ਸਕਦੇ। ਬਚੇ 2 ਆਪਸ਼ਨ C ਅਤੇ D ਹੀ ਸਹੀ ਹੋ ਸਕਦੇ ਹਨ। ਇਹਨਾਂ ਨੂੰ ਦਰਸਾਉਂਦਾ ਆਪਸ਼ਨ 4 ਹੀ ਸਾਡਾ ਉੱਤਰ ਹੈ। ਇਸਹਾਕ ਮੁਹੰਮਦ ਪ੍ਰਸਿੱਧ ਪਾਕਿਸਤਾਨੀ ਨਾਟਕਕਾਰ ਹੈ ਤੇ ਕੁਕਨੁਸ ਉਸਦੀ ਪ੍ਰਸਿੱਧ ਨਾਟਕ ਪੁਸਤਕ ਹੈ। ਇਸ ਪ੍ਰਸ਼ਨ ਵਿੱਚ ਪ੍ਰਵਾਸੀ ਪੰਜਾਬੀ ਸਾਹਿਤ ਦੇ ਆਲੋਚਕਾਂ ਬਾਰੇ ਪੁੱਛਿਆ ਗਿਆ ਹੈ। ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸਾਹਿਤ ਰਚਨਾ ਕਰਨ ਵਾਲੇ ਤੇ ਸਾਹਿਤ ਆਲੋਚਕ ਵਿੱਚ ਭਿੰਨਤਾ ਹੈ। ਰਚਨਾਕਾਰ ਰਚਨਾ ਦਾ ਜਨਮਦਾਤਾ ਹੈ, ਜਦਕਿ ਆਲੋਚਕ ਉਸ ਰਚਨਾ ਦੀ ਆਲੋਚਨਾ ਕਰਦਾ ਹੈ। ਸੁਰਿੰਦਰਪਾਲ ਸਿੰਘ, ਹਰਚੰਦ ਸਿੰਘ ਬੇਦੀ ਅਤੇ ਸਵਰਨ ਚੰਦਨ ਪ੍ਰਸਿੱਧ ਪੰਜਾਬੀ ਪ੍ਰਵਾਸੀ ਸਾਹਿਤ ਦੇ ਆਲੋਚਕ ਹਨ। ਇਸ ਕਰਕੇ ਇਹਨਾਂ ਦੇ ਜੁੱਟ ਨੂੰ ਦਰਸਾਉਂਦਾ ਆਪਸ਼ਨ 1 ਹੀ ਸਾਡਾ ਉੱਤਰ ਹੈ। ਦੋਸਤੋ, ਇਹ ਪ੍ਰਸ਼ਨ ਭਾਸ਼ਾ ਵਿਗਿਆਨ ਨਾਲ ਸੰਬੰਧਿਤ ਹੈ। ਇਸ ਵਿੱਚ ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਬਾਰੇ ਪੁੱਛਿਆ ਗਿਆ ਹੈ। ਦੋਸਤੋ, ਇਸ ਦੇ ਹੱਲ ਲਈ ਬੂਟਾ ਸਿੰਘ ਬਰਾੜ ਦੀ ਪੰਜਾਬੀ ਭਾਸ਼ਾ ਸਰੋਤ ਤੇ ਸਰੂਪ, ਪ੍ਰੇਮ ਪ੍ਰਕਾਸ਼ ਸਿੰਘ ਦੀ ਸਿਧਾਂਤਕ ਭਾਸ਼ਾ ਵਿਗਿਆਨ ਆਦਿ ਰਚਨਾਵਾਂ ਮਹੱਤਵਪੂਰਨ ਸਹਾਇਤਾ ਕਰਦੀਆਂ ਹਨ। ਦੋਸਤੋ, ਪੰਜਾਬੀ ਦੀਆਂ ਪੱਛਮੀ ਉਪਭਾਸ਼ਾਵਾਂ ਤੋਂ ਭਾਵ ਉਹਨਾਂ ਉਪਭਾਸ਼ਾਵਾਂ ਤੋਂ ਹੈ ਜੋ ਪੱਛਮੀ ਪੰਜਾਬ ਭਾਵ ਪਾਕਿਸਤਾਨੀ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ। ਪੱਛਮੀ ਉਪਭਾਸ਼ਾਵਾਂ ਅੰਦਰ ਲਹਿੰਦੀ, ਪੋਠੋਹਾਰੀ, ਮੁਲਤਾਨੀ ਅਤੇ ਬਹਾਵਲਪੁਰੀ ਪ੍ਰਮੁੱਖ ਹਨ, ਜਦਕਿ ਮਾਝੀ, ਮਲਵਈ, ਦੁਆਬੀ, ਪੁਆਧੀ ਤੇ ਡੋਗਰੀ ਆਦਿ ਪੂਰਬੀ ਪੰਜਾਬ ਭਾਵ ਭਾਰਤੀ ਪੰਜਾਬ ਦੀ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ। ਇਸ ਕਰਕੇ ਸਾਡਾ ਉੱਤਰ A ਅਤੇ C, ਜਿਸ ਵਿੱਚ ਲਹਿੰਦੀ ਤੇ ਪੋਠੋਹਾਰੀ, ਮੁਲਤਾਨੀ ਤੇ ਬਹਾਵਲਪੁਰੀ ਸ਼ਾਮਲ ਹਨ, ਉਹਨਾਂ ਨੂੰ ਦਰਸਾਉਂਦਾ 3 ਸਾਡਾ ਸਹੀ ਉੱਤਰ ਹੈ।
ਦੋਸਤੋ ਅਗਲਾ ਪ੍ਰਸ਼ਨ ਹੈ ਕਿ ਭਾਸ਼ਾਗਤ ਯੂਨੀਵਰਸਲਜ਼ ਤੋਂ ਕੀ ਭਾਵ ਹੈ। ਇਸ ਦੇ ਸ਼ਾਬਦਿਕ ਅਰਥਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਦਾ ਸੰਬੰਧ ਯੂਨੀਵਰਸ ਭਾਵ ਸਮੁੱਚੇ ਸੰਸਾਰ ਨਾਲ ਹੈ। ਇਸ ਕਰਕੇ ਭਾਸ਼ਾਗਤ ਯੂਨੀਵਰਸਲਜ਼ ਸਮੁੱਚੇ ਸੰਸਾਰ ਦੀਆਂ ਭਾਸ਼ਾਵਾਂ ਲਈ ਵਰਤੀ ਗਈ ਵੰਨਗੀ ਹੈ। ਦਿੱਤੇ ਆਪਸ਼ਨਜ਼ ਵਿੱਚੋਂ ਦੂਸਰਾ ਆਪਸ਼ਨ, ਜੋ ਕਿ ਸਾਰੀਆਂ ਭਾਸ਼ਾਵਾਂ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਹੈ, ਹੀ ਸਮੁੱਚੇ ਸੰਸਾਰ ਨੂੰ ਕਲਾਵੇ ਵਿੱਚ ਲੈਂਦਾ ਹੈ, ਜਦ ਕਿ ਬਾਕੀ ਆਪਸ਼ਨਜ਼ ਜਿਵੇਂ ਪਹਿਲਾ ਇੱਕੋ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ, ਤੀਸਰਾ ਮਨੁੱਖੀ ਭਾਸ਼ਾ ਦੀਆਂ ਆਧਾਰ ਮੂਲਕ ਵਿਸ਼ੇਸ਼ਤਾਵਾਂ, ਚੌਥਾ ਇੱਕੋ ਭਾਸ਼ਾ ਦੇ ਬੁਲਾਰਿਆਂ ਦੀਆਂ ਸਾਂਝੀਆਂ ਵਿਸ਼ੇਸ਼ਤਾਵਾਂ ਆਦਿ ਸੰਸਾਰ ਦੇ ਕਿਸੇ ਇੱਕ ਅੰਗ ਨਾਲ ਹੀ ਸੰਬੰਧ ਰੱਖਦੇ ਹਨ, ਸਮੁੱਚੇ ਸੰਸਾਰ ਨਾਲ ਨਹੀਂ। ਇਸ ਕਰਕੇ ਸਾਡਾ ਸਹੀ ਉੱਤਰ ਆਪਸ਼ਨ 2 ਹੈ। ਦੋਸਤੋ ਇਸ ਪ੍ਰਸ਼ਨ ਵਿੱਚ ਜੰਮੂ ਕਸ਼ਮੀਰ ਦੇ ਪੰਜਾਬੀ ਕਹਾਣੀਕਾਰਾਂ ਬਾਰੇ ਪੁੱਛਿਆ ਗਿਆ ਹੈ, ਭਾਵ ਉਹ ਕਹਾਣੀਕਾਰ ਜੋ ਜੰਮੂ ਕਸ਼ਮੀਰ ਵਿੱਚ ਰਹਿੰਦੇ ਹਨ ਅਤੇ ਪੰਜਾਬੀ ਕਹਾਣੀਆਂ ਲਿਖਦੇ ਹਨ। ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਇਹ ਕਹਾਣੀਕਾਰ ਪ੍ਰਵਾਸੀ ਪੰਜਾਬੀ ਸਾਹਿਤਕਾਰ ਨਹੀਂ ਹਨ, ਕਿਉਂਕਿ ਪ੍ਰਵਾਸੀ ਪੰਜਾਬੀ ਸਾਹਿਤਕਾਰ ਉਹ ਹਨ ਜੋ ਭਾਰਤ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਰਹਿੰਦੇ ਹਨ, ਜਦ ਕਿ ਜੰਮੂ ਕਸ਼ਮੀਰ ਤਾਂ ਭਾਰਤ ਦਾ ਹੀ ਇੱਕ ਹਿੱਸਾ ਹੈ, ਭਾਵੇਂ ਕਿ ਇਹ ਪੰਜਾਬ ਤੋਂ ਅਲੱਗ ਹੈ। ਦਿੱਤੇ ਆਪਸ਼ਨਜ਼ ਵਿੱਚੋਂ ਹਰਭਜਨ ਸਿੰਘ ਸਾਗਰ, ਬਲਜੀਤ ਰੈਣਾ, ਖਾਲਿਦ ਹੁਸੈਨ ਅਤੇ ਭੁਪਿੰਦਰ ਸਿੰਘ ਸੂਦਨ ਜੰਮੂ ਕਸ਼ਮੀਰ ਦੇ ਪੰਜਾਬੀ ਕਹਾਣੀਕਾਰ ਹਨ। ਇਹਨਾਂ ਦੇ ਜੁੱਟ A ਅਤੇ D ਨੂੰ ਦਰਸਾਉਣ ਵਾਲਾ 3 ਹੀ ਸਾਡਾ ਸਹੀ ਉੱਤਰ ਹੈ। ਦੋਸਤੋ ਇਹ ਪ੍ਰਸ਼ਨ ਕਥਨ ਵਾਲਾ ਹੈ। ਪਹਿਲਾ ਕਥਨ ਹੈ ਕਿ ਇਸਲਾਮੀ ਸੱਭਿਆਚਾਰ ਵਿੱਚ ਸੰਗੀਤ ਅਤੇ ਨਾਟਕ ਨੂੰ ਓਨੀ ਖੁੱਲ੍ਹ ਪ੍ਰਾਪਤ ਨਹੀਂ ਜਿੰਨੀ ਕਿ ਧਰਮ ਨਿਰਪੇਖ ਭਾਰਤੀ ਸੱਭਿਆਚਾਰ ਵਿੱਚ ਹੈ। ਇਹ ਗੱਲ ਬਿਲਕੁਲ ਸੱਚ ਹੈ ਕਿ ਇਸਲਾਮੀ ਸੱਭਿਆਚਾਰ ਅੰਦਰ ਸੰਗੀਤ ਅਤੇ ਨਾਟਕ ਨੂੰ ਖੁੱਲ੍ਹ ਪ੍ਰਾਪਤ ਨਹੀਂ ਸੀ। ਭਾਰਤ ਵਿੱਚ ਵੀ ਮੁਗਲ ਸਾਮਰਾਜ ਸਮੇਂ ਨਾਟਕ ਵਿਧਾ ਉੱਪਰ ਰੋਕ ਲੱਗੀ ਹੋਈ ਸੀ, ਜਦ ਕਿ ਭਾਰਤੀ ਸੱਭਿਆਚਾਰ ਵਿੱਚ ਸੰਗੀਤ ਅਤੇ ਨਾਟਕ ਨੂੰ ਮਾਨਤਾ ਪ੍ਰਾਪਤ ਸੀ। ਦੂਸਰਾ ਕਥਨ ਹੈ ਕਿ ਸਮਾਜਿਕ, ਧਾਰਮਿਕ ਅਤੇ ਸਿਆਸੀ ਮਜਬੂਰੀਆਂ ਦੇ ਬਾਵਜੂਦ ਪਾਕਿਸਤਾਨੀ ਪੰਜਾਬੀ ਨਾਟਕ ਅਤੇ ਰੰਗਮੰਚ ਭਾਰਤੀ ਨਾਟਕ ਅਤੇ ਰੰਗਮੰਚ ਤੋਂ ਅੱਗੇ ਰਿਹਾ ਹੈ। ਇਹ ਬਿਲਕੁਲ ਗਲਤ ਹੈ, ਕਿਉਂਕਿ ਭਾਰਤੀ ਨਾਟਕ ਅਤੇ ਰੰਗਮੰਚ ਨੇ ਪਾਕਿਸਤਾਨੀ ਨਾਟਕ ਅਤੇ ਰੰਗਮੰਚ ਨਾਲੋਂ ਵਿਸ਼ਵ ਪੱਧਰ ਉੱਪਰ ਵੀ ਕਿਤੇ ਜ਼ਿਆਦਾ ਮਹਾਨਤਾ ਪ੍ਰਾਪਤ ਕੀਤੀ ਹੈ। ਸੋ ਸਪਸ਼ਟ ਹੈ ਕਿ A ਸਹੀ ਹੈ ਅਤੇ R ਗਲਤ ਹੈ, ਭਾਵ ਸਾਡਾ ਉੱਤਰ ਆਪਸ਼ਨ 1 ਹੈ। ਦੋਸਤੋ ਇਸ ਪ੍ਰਸ਼ਨ ਅੰਦਰ ਭਾਰਤੀ ਪੰਜਾਬ ਦੀ ਪੰਜਾਬੀ ਦੀ ਉਪਭਾਸ਼ਾ ਪੁਆਧੀ ਦੇ ਖੇਤਰ ਬਾਰੇ ਪੁੱਛਿਆ ਗਿਆ ਹੈ। ਪੁਆਧੀ ਮੁੱਖ ਤੌਰ 'ਤੇ ਪੁਆਧ ਦੇ ਖੇਤਰ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਦੇ ਕੁਝ ਖੇਤਰ ਸ਼ਾਮਲ ਹਨ। ਇਸ ਪ੍ਰਕਾਰ ਆਪਸ਼ਨ A ਅਤੇ C ਹੀ ਪੁਆਧੀ ਦੇ ਖੇਤਰ ਵਿੱਚ ਸ਼ਾਮਲ ਹੁੰਦੇ ਹਨ, ਕਿਉਂਕਿ ਲੁਧਿਆਣਾ ਵਿੱਚ ਮਲਵਈ ਬੋਲੀ ਜਾਂਦੀ ਹੈ, ਜਦ ਕਿ ਅੰਬਾਲਾ ਅਤੇ ਪੰਚਕੂਲਾ ਤਾਂ ਹਰਿਆਣਾ ਦੇ ਖੇਤਰ ਹਨ। ਇਸ ਕਰਕੇ ਸਾਡਾ ਸਹੀ ਉੱਤਰ A ਅਤੇ C ਨੂੰ ਦਰਸਾਉਂਦਾ ਆਪਸ਼ਨ 3 ਹੈ। ਦੋਸਤੋ ਇਹ ਪ੍ਰਸ਼ਨ ਬਿਰਤਾਂਤ ਸ਼ਾਸਤਰ ਨਾਲ ਸੰਬੰਧਿਤ ਹੈ। ਦੋਸਤੋ ਬਿਰਤਾਂਤ ਮੁੱਖ ਤੌਰ 'ਤੇ ਵਸਤੂਮੁਖ ਅਤੇ ਰੋਮਾਂਟਿਕ ਜਾਂ ਰੋਮਾਂਸਵਾਦੀ ਪ੍ਰਵਿਰਤੀ ਦਾ ਧਾਰਨੀ ਹੁੰਦਾ ਹੈ। ਅਸੀਂ ਦੱਸਣਾ ਹੈ ਕਿ ਉਪਰੋਕਤ ਵਿੱਚੋਂ ਕਿਹੜੀ ਬਿਰਤਾਂਤ ਸ਼ਾਸਤਰ ਦੀ ਪ੍ਰਵਿਰਤੀ ਨਹੀਂ ਹੈ। ਇਸ ਪ੍ਰਕਾਰ B ਅਤੇ D ਨੂੰ ਦਰਸਾਉਂਦਾ ਆਪਸ਼ਨ 2 ਹੀ ਸਾਡਾ ਸਹੀ ਉੱਤਰ ਹੈ, ਕਿਉਂਕਿ ਇਤਿਹਾਸ ਮੁਖੀ ਬਿਰਤਾਂਤ ਸ਼ਾਸਤਰ ਅਤੇ ਉੱਤਰ ਆਧੁਨਿਕ ਬਿਰਤਾਂਤ ਸ਼ਾਸਤਰ ਹੀ ਪ੍ਰਮੁੱਖ ਪ੍ਰਵਿਰਤੀਆਂ ਨਹੀਂ ਹਨ। ਦੋਸਤੋ ਅਗਲਾ ਪ੍ਰਸ਼ਨ ਹੈ ਕਿ ਪ੍ਰਵਾਸ ਬਾਰੇ ਲਿਖੀਆਂ ਗੈਰ ਪ੍ਰਵਾਸੀ ਸਾਹਿਤਕਾਰਾਂ ਦੀਆਂ
ਪੁਸਤਕਾਂ ਦਾ ਕਿਹੜਾ ਜੁੱਟ ਸਹੀ ਹੈ। ਇਸ ਪ੍ਰਸ਼ਨ ਦੇ ਹੱਲ ਲਈ ਪ੍ਰਸ਼ਨ ਨੂੰ ਧਿਆਨ ਨਾਲ ਸਮਝਣ ਦੀ ਲੋੜ ਹੈ। ਭਾਵ ਕਿ ਅਸੀਂ ਉਹਨਾਂ ਸਾਹਿਤਕਾਰਾਂ ਦੀਆਂ ਪੁਸਤਕਾਂ ਬਾਰੇ ਦੱਸਣਾ ਹੈ ਜੋ ਹੈ ਤਾਂ ਪ੍ਰਵਾਸ ਬਾਰੇ, ਪਰ ਜਿਨ੍ਹਾਂ ਦੇ ਰਚਨਾਕਾਰ ਪ੍ਰਵਾਸੀ ਨਹੀਂ ਹਨ ਬਲਕਿ ਭਾਰਤ ਦੇਸ਼ ਵਿੱਚ ਰਹਿੰਦੇ ਮੂਲ ਵਾਸੀ ਹਨ। ਉਪਰੋਕਤ ਆਪਸ਼ਨਜ਼ ਅੰਦਰ ਇਹਨਾਂ ਮੁੰਡਿਆਂ ਜਲਦੀ ਮਰ ਜਾਣਾ, ਬਾਬਾ ਉਸਮਾਨ ਅਤੇ ਕੈਮਲੂਸ ਦੀਆਂ ਮੱਛੀਆਂ ਸੱਚੋ ਸੱਚ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਦੇ ਰਚਨਾਕਾਰ ਗੈਰ ਪ੍ਰਵਾਸੀ ਹਨ, ਪਰ ਇਹ ਹੈ ਪ੍ਰਵਾਸ ਬਾਰੇ। ਸੋ ਇਹਨਾਂ ਦਾ ਸਹੀ ਜੁੱਟ ਸਿਰਫ 2 ਹੀ ਹੈ, ਜਦ ਕਿ ਬਾਕੀ ਵਿੱਚ ਇੱਕ ਇੱਕ ਰਚਨਾ ਪ੍ਰਵਾਸੀ ਪੰਜਾਬੀ ਲੇਖਕ ਦੀ ਹੈ। ਸੋ ਸਾਡਾ ਲੋੜੀਂਦਾ ਉੱਤਰ 2 ਹੈ। ਅਗਲਾ ਪ੍ਰਸ਼ਨ ਹੈ ਕਿ 12ਵਾਂ ਤੁਖਾਰੀ ਦੇ ਮੁੱਖ ਵਿਸ਼ੇਗਤ ਸਰੋਕਾਰ ਹਨ। ਦੋਸਤੋ, 12ਵਾਂ ਮੱਧਕਾਲੀ ਪੰਜਾਬੀ ਸਾਹਿਤ ਦਾ ਮਹੱਤਵਪੂਰਨ ਕਾਵਿ ਰੂਪ ਹੈ। ਬਹੁਤ ਸਾਰੇ ਕਵੀਆਂ ਨੇ ਇਸ ਕਾਵਿ ਰੂਪ ਦੀ ਵਰਤੋਂ ਕੀਤੀ ਹੈ। 12ਵਾਂ ਤੁਖਾਰੀ ਗੁਰੂ ਨਾਨਕ ਦੇਵ ਜੀ ਦੀ ਮਹੱਤਵਪੂਰਨ ਰਚਨਾ ਹੈ। ਇਸ ਦੇ ਵਿਸ਼ੇਗਤ ਸਰੋਕਾਰ ਮਿਲਾਪ ਦੀ ਤਾਂਘ, ਅਧਿਆਤਮਿਕ ਚੇਤਨਾ, ਵਿਸਮਾਦ ਮੋਦ, ਵਿਛੋੜੇ ਦੀ ਤੜਫ ਆਦਿ ਹਨ। ਦੋਸਤੋ, 12ਵਾਂ ਕਾਵਿ ਰੂਪ ਅੰਦਰ ਕਵੀ ਸਾਲ ਦੇ ਦੇਸੀ 12 ਮਹੀਨਿਆਂ ਨੂੰ ਆਧਾਰ ਬਣਾ ਕੇ ਕਾਵਿ ਰਚਨਾ ਕਰਦਾ ਹੈ। ਉਹ ਆਪਣੇ ਦੂਰ ਦੇਸ਼ ਵਿਦੇਸ਼ ਗਏ ਪ੍ਰੀਤਮ ਪਿਆਰੇ ਦੇ ਮਿਲਣ ਦੀ ਤਾਂਘ ਵਿੱਚ ਰਚਨਾ ਸਿਰਜਦਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਦੇ ਵਿਸ਼ੇ ਅਧਿਆਤਮਿਕ ਹਨ। ਰਾਜਸੀ ਬੋਧ, ਸਮਾਜਿਕ ਚੇਤਨਾ, ਦੁਖਾਂਤ ਚੇਤਨਾ ਆਦਿ 12ਵਾਂ ਕਾਵਿ ਰੂਪ ਦੇ ਵਿਸ਼ੇ ਨਹੀਂ ਬਣਦੇ। ਇਸ ਕਰਕੇ ਸਪਸ਼ਟ ਹੈ ਕਿ ਸਾਡਾ ਉੱਤਰ ਆਪਸ਼ਨ 1 ਹੈ। ਦੋਸਤੋ, ਇਸ ਪ੍ਰਸ਼ਨ ਵਿੱਚ ਇੱਕ ਵਾਰ ਵਿੱਚੋਂ ਕੁਝ ਪੰਕਤੀਆਂ ਦਿੱਤੀਆਂ ਗਈਆਂ ਹਨ। ਅਸੀਂ ਦੱਸਣਾ ਹੈ ਕਿ ਇਹ ਪੰਕਤੀਆਂ ਕਿਸ ਵਾਰ ਦਾ ਹਿੱਸਾ ਹਨ। ਅਜਿਹੇ ਪ੍ਰਸ਼ਨ ਦੇ ਹੱਲ ਲਈ ਇੱਕੋ ਇੱਕ ਤਰੀਕਾ ਰਚਨਾ ਦਾ ਛੰਦ ਪ੍ਰਬੰਧ, ਸ਼ਬਦ ਤੇ ਰਚਨਾਕਾਰ ਦੀ ਲਿਖਣ ਕਲਾ ਹੁੰਦਾ ਹੈ। ਉਪਰੋਕਤ ਸਤਰਾਂ ਬਾਦਸ਼ਾਹ ਆਖੇ ਵਜ਼ੀਰ ਨੂੰ ਇੱਕ ਅਜਬ ਜਨਾਨੀ, ਉਹ ਆਵੇ ਸਾਡੇ ਸਾਹਮਣੇ ਹਰ ਰੋਜ਼ ਮੁਦਾਮੀ, ਉਹਦਾ ਸਿਰ ਖੁੱਲ੍ਹਾ ਦਾਂਤ ਦਰਾਜ ਤੇ ਸਿਆਹ ਪੇਸ਼ਾਨੀ, ਉਹ ਆਦਮੀਆਂ ਦੀ ਰਤ ਮਿੱਝ ਮੰਗੇ ਮਿਜਮਾਨੀ। ਇਸ ਵਿੱਚ ਵਰਤੇ ਗਏ ਸ਼ਬਦ ਬਾਦਸ਼ਾਹ, ਦਾਂਤ ਦਰਾਜ, ਮਿਜਮਾਨੀ ਆਦਿ ਇਸਲਾਮੀ ਸੱਭਿਆਚਾਰ ਦਾ ਹਿੱਸਾ ਰਹੇ ਹਨ। ਦਿੱਤੇ ਗਏ ਆਪਸ਼ਨਜ਼ ਵਿੱਚੋਂ ਵਾਰ ਨਾਦਰਸ਼ਾਹੀ ਅਜਿਹੀ ਹੈ ਜਿਸ ਦਾ ਸਿੱਧਾ ਸੰਬੰਧ ਮੁਗਲ ਸਾਮਰਾਜ ਭਾਵ ਇਸਲਾਮੀ ਸੱਭਿਆਚਾਰ ਨਾਲ ਹੈ, ਜਦ ਕਿ ਕਾਣ ਭਗਵਾਨ ਦੀ ਵਾਰ, ਲਵ ਕੁਸ਼ ਦੀ ਵਾਰ ਹਿੰਦੂਵਾਦੀ ਤੇ ਵਾਰ ਪਾਤਸ਼ਾਹੀ 10ਵੀਂ ਕੀ ਸਿੱਖ ਧਰਮ ਨਾਲ ਸੰਬੰਧਿਤ ਹਨ। ਇਸ ਕਰਕੇ ਸਾਡਾ ਲੋੜੀਂਦਾ ਉੱਤਰ ਆਪਸ਼ਨ 2 ਹੈ। ਦੋਸਤੋ, ਇਹ ਪ੍ਰਸ਼ਨ ਕਥਨ ਵਾਲਾ ਹੈ। ਪਹਿਲਾ ਕਥਨ ਹੈ ਕਿ ਮਨੁੱਖ ਕੇਵਲ ਰੋਟੀ ਲਈ ਨਹੀਂ ਜਿਉਂਦਾ, ਪਰ ਰੋਟੀ ਜਾਂ ਕਿਸੇ ਹੋਰ ਖੁਰਾਕ ਤੋਂ ਬਿਨਾਂ ਉਹ ਜਿਉਂਦਾ ਰਹਿ ਵੀ ਨਹੀਂ ਸਕਦਾ। ਇਹ ਬਿਲਕੁਲ ਸਹੀ ਹੈ ਕਿ ਮਨੁੱਖ ਸਿਰਫ ਰੋਟੀ ਲਈ ਹੀ ਨਹੀਂ ਜਿਉਂਦਾ, ਸਗੋਂ ਹੋਰ ਬਹੁਤ ਸਾਰੇ ਕਾਰਜ ਵਿਹਾਰ ਵੀ ਉਸਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਪਰ ਹਾਂ, ਉਹ ਕੁਝ ਖਾਧੇ ਬਿਨਾਂ ਜਿਉਂਦਾ ਵੀ ਨਹੀਂ ਰਹਿ ਸਕਦਾ। ਦੂਸਰਾ ਕਥਨ ਹੈ ਮਨੁੱਖ ਦੇ ਜਿਉਂਦੇ ਰਹਿਣ ਲਈ ਸੱਭਿਅਤਾ ਅਰਥਾਤ ਪਦਾਰਥਕ ਉਤਪਾਦਨ ਦੀ ਲੋੜ ਬੁਨਿਆਦੀ ਹੈ। ਇਹ ਕੁਝ ਠੀਕ ਹੈ, ਪਰ ਪੂਰਾ ਨਹੀਂ, ਕਿਉਂਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਪਦਾਰਥਕ ਉਤਪਾਦਨ ਦੀ ਲੋੜ ਚੰਗੇਰਾ ਜੀਵਨ ਜਿਉਣ ਲਈ ਹੁੰਦੀ ਹੈ। ਇਹ ਉਸਦੀ ਬੁਨਿਆਦੀ ਲੋੜ ਨਹੀਂ ਹੈ। ਮਨੁੱਖ ਤਾਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਅਸੱਭਿਅਕ ਤੌਰ 'ਤੇ ਜੰਗਲਾਂ ਵਿੱਚ ਵੀ ਜਿਉਂਦਾ ਰਹਿੰਦਾ ਸੀ। ਸੋ ਇਹ ਅੰਸ਼ਕ ਠੀਕ ਹੈ। ਇਸ ਕਰਕੇ ਸਾਡਾ ਸਹੀ ਉੱਤਰ 2 ਹੈ। ਦੋਸਤੋ, ਇਸ ਲੈਕਚਰ ਦੇ ਵਿੱਚ ਆਪਾਂ ਦਸੰਬਰ 2019 ਦੇ ਵਿੱਚ ਆਏ ਹੋਏ ਪੰਜਾਬੀ ਵਿਸ਼ੇ ਦੇ ਨੈੱਟ ਦੇ 20 ਪ੍ਰਸ਼ਨ ਹੱਲ ਕੀਤੇ ਹਨ। ਇਸ ਤੋਂ ਅਗਲੇ ਪ੍ਰਸ਼ਨ ਦੇ ਲਈ ਆਪਾਂ ਅਗਲੇ ਲੈਕਚਰ ਦੇ ਵਿੱਚ ਹੱਲ ਕਰਾਂਗੇ। ਉਮੀਦ ਹੈ ਤੁਹਾਨੂੰ ਹੁਣ ਤੱਕ ਸਮਝਾਏ ਹੋਏ 20 ਪ੍ਰਸ਼ਨ ਸਮਝ ਆਏ ਹੋਣਗੇ। ਧੰਨਵਾਦ।